Hello everyone. Today's topic is CCE. CCE की है? CCE is Continuous Comprehensive Evaluation, मतलब एक evaluation दा method है Continuous and Comprehensive. Let's begin with introduction. CCE was procedure of assessment directed by RTE मतलब Right to Education Act 2009. ਇਹ ਵਾਲਾ ਜੋ ਆਪਾਂ CCE ਪੜ੍ਹ ਰਹੇ ਹਾਂ ਐਟ ਦ ਟਾਈਮ ਇਹ ਕੀ ਸੀਗਾ, ਇਹ RTE ਐਕਟ ਜੋ 2009 ਦੇ ਵਿੱਚ ਆਇਆ ਸੀ ਉਸ ਦੇ ਵਿੱਚ ਦੱਸਿਆ ਗਿਆ ਸੀ ਕਿ ਕਿਸ ਮੈਥਡ ਨਾਲ ਆਪਾਂ ਨੂੰ ਬੱਚਿਆਂ ਨੂੰ ਸਕੂਲ ਲੈਵਲ 'ਤੇ ਹੀ ਇਵੈਲੂਏਟ ਕਰਨਾ ਚਾਹੀਦਾ ਹੈ। ਠੀਕ ਹੈ, ਅਤੇ ਇਸ ਦੇ ਵਿੱਚ ਇਹ ਸਾਰੀਆਂ ਸਟੇਟ ਗਵਰਨਮੈਂਟਸ ਅਤੇ ਸੈਂਟਰਲ ਬੋਰਡ ਨੇ ਮਤਲਬ ਇਸ ਨੂੰ ਇੰਪਲੀਮੈਂਟ ਕੀਤਾ ਸੀ। ਕਿਹੜੀ ਕਲਾਸ ਤੋਂ ਕਿਹੜੀ ਕਲਾਸ ਤੱਕ? 6th to 10th। ਅਤੇ ਕੁਝ ਸਕੂਲਸ ਦੇ ਵਿੱਚ 12th ਦੇ ਵਿੱਚ ਵੀ ਹੋਇਆ ਸੀ। ਐਂਡ ਦੈਨ what is CCE? CCE System of School-Based Evaluation of Students. It covers all features of students' development that are physical, mental, moral, social, emotional and linguistic. Means CCE is holistic development, मतलब CCE ਦੇ ਵਿੱਚ ਆਪਾਂ ਨੇ ਪੂਰੀ ਡਿਵੈਲਪਮੈਂਟ ਨੂੰ ਦੇਖਣਾ, not a one aspect। ਆਪਾਂ ਹਰ ਇੱਕ ਚੀਜ਼ ਦੇਖਾਂਗੇ ਸਟੂਡੈਂਟ ਦੀ, ਮਤਲਬ ਹਰ ਇੱਕ ਵੇ ਨਾਲ ਉਸ ਦੀ ਡਿਵੈਲਪਮੈਂਟ, ਆਲ ਰਾਊਂਡ ਡਿਵੈਲਪਮੈਂਟ ਬਾਰੇ ਦੇਖਣਾ ਹੈਗਾ ਇਵੈਲੂਏਸ਼ਨ, ਐਵੇਂ ਇਵੈਲੂਏਸ਼ਨ ਕਰਨੀ ਹੈ। CCE ਐਜ਼ ਇਟਸ ਨੇਮ ਇੰਡੀਕੇਟਿੰਗ, ਜਿਵੇਂ ਉਸਦਾ ਨਾਮ ਹੀ ਦੱਸ ਰਿਹਾ ਹੈ ਕਿ ਇਟ ਫੋਕਸ ਔਨ ਕੰਟੀਨਿਊਸਨੈਸ, ਮਤਲਬ ਕੰਟੀਨਿਊਲੀ, ਨਾਟ ਇੰਸੀਡੈਂਟਲ, ਕਦੇ ਕਦਾਈ ਵਾਲੀ ਇਵੈਲੂਏਸ਼ਨ ਨਹੀਂ, ਕੰਟੀਨਿਊਲੀ, ਰੋਜ਼ ਵਾਲੀ। ਐਂਡ ਅਸੈਸਮੈਂਟ ਆਫ ਲਰਨਿੰਗ ਐਂਡ ਬਿਹੇਵੀਅਰਲ ਆਊਟਕਮਸ, ਮਤਲਬ ਸਾਰੀਆਂ ਚੀਜ਼ਾਂ ਦੀ ਉਸਦੀ ਲਰਨਿੰਗ ਵੀ, ਉਸਦੇ ਬਿਹੇਵੀਅਰ 'ਚ ਵੀ ਜੋ ਚੇਂਜਸ ਆ ਰਿਹਾ ਉਸ ਨੂੰ ਵੀ ਇਵੈਲੂਏਟ ਕਰਨਾ ਹੈ। ਸੋ ਪੀਅਰ ਗਰੁੱਪ, what is meaning of continuous? According to this scheme, the term continuous meant to evaluation of identified aspects of student growth and development is a continuous process rather than an incident, built in total learning process and spread over the whole duration of academic session. Means continuous means daily basis ਤੇ, not incidental one। evaluation student ਦੀ daily ਉਸ ਦੀਆਂ ਸਕੋਲੈਸਟਿਕ ਐਜ਼ ਵੈਲ ਐਜ਼ ਕੋ ਸਕੋਲੈਸਟਿਕ ਐਕਟੀਵਿਟੀਜ਼ ਦੇ ਬੇਸ 'ਤੇ ਹੋਏਗੀ, ਬਟ ਡੇਲੀ ਹੋਏਗੀ, ਨਾਟ ਇੰਸੀਡੈਂਟਲ। ਐਂਡ ਨਾਓ ਮੀਨਿੰਗ ਆਫ ਕੰਪਰੀਹੈਂਸਿਵ। ਕੰਪਰੀਹੈਂਸਿਵ ਦੇ ਵਿੱਚ ਆਪਣੇ ਦੋ ਐਸਪੈਕਟਸ ਆ ਜਾਂਦੇ ਆ, ਸਕੋਲੈਸਟਿਕ ਐਂਡ ਕੋ ਸਕੋਲੈਸਟਿਕ। ਇਸ ਦੇ ਵਿੱਚ ਕੀ ਹੁੰਦਾ, ਸਕੋਲੈਸਟਿਕ ਜੋ ਆਪਣੇ ਐਸਪੈਕਟ ਹੈ ਉਸ ਦੇ ਵਿੱਚ ਕੀ ਆ ਜਾਂਦਾ, ਲਰਨਿੰਗ, understanding, knowledge of child in classroom or any other place which is related to study। and scholastic ਕੀ ਹੁੰਦਾ ਹੈਗਾ, ਜਿਸ ਦੇ ਵਿੱਚ ਫੋਕਸ ਕੀਤਾ ਜਾਂਦਾ ਬੱਚੇ ਦੀ ਜਨਰਲ ਨੌਲੇਜ ਕਿੰਨੀ ਹੈ, ਉਸ ਨੂੰ ਇਨਵਾਇਰਮੈਂਟਲ ਐਜੂਕੇਸ਼ਨ ਕਿੰਨੀ ਹੈਗੀ, ਠੀਕ ਹੈ, ਅਤੇ ਫਿਜ਼ੀਕਲ ਐਕਟੀਵਿਟੀਜ਼ 'ਚ ਕਿੰਨਾ ਐਕਟਿਵ ਹੈਗਾ, ਆਰਟ, ਮਿਊਜ਼ਿਕ, ਡੈਂਸ ਜਾਂ ਹੋਰ ਟੈਕਨੋਲੋਜੀਕਲ ਐਸਪੈਕਟਸ ਦੇ ਵਿੱਚ ਉਸ ਦੀ ਇਵੈਲੂਏਸ਼ਨ ਕੀਤੀ ਜਾਂਦੀ ਹੈ। ਮਤਲਬ ਕੰਪਰੀਹੈਂਸਿਵ ਦੇ ਵਿੱਚ ਇਕੱਲੀ ਸਟੱਡੀ ਨਹੀਂ, ਹੋਰ ਕੋ ਕਰੀਕੂਲਰ ਐਕਟੀਵਿਟੀਜ਼ ਵੀ ਇਨਕਲੂਡ ਕੀਤੀਆਂ ਜਾਂਦੀਆਂ ਨੇ, ਸਾਰਾ ਕੁਝ ਇਕੱਠਾ ਹੀ ਇਵੈਲੂਏਟ ਕੀਤਾ ਜਾਂਦਾ ਹੈ। ਸੋ CCE, ਲੈਟਸ ਸਮ ਅਪ what we have learned till now about CCE। CCE ਇਸ ਦੇ ਵਿੱਚ ਕੰਟੀਨਿਊਸ ਅਤੇ ਕੰਪਰੀਹੈਂਸਿਵ ਆ ਜਾਂਦੇ ਆ। ਕੰਟੀਨਿਊਸ ਕੀ ਹੋਏਗੀ, ਲਰਨਿੰਗ ਕੰਟੀਨਿਊਸ ਹੋਏਗੀ, ਮਤਲਬ ਹਰ ਰੋਜ਼ ਲਰਨ ਕਰਨਾ ਹੈਗਾ। ਅਤੇ ਹੋਰ ਕੀ ਕੰਟੀਨਿਊਸ ਹੋਊਗਾ, ਅਸੈਸਮੈਂਟ, ਮਤਲਬ ਰੋਜ਼ ਬੱਚੇ ਨੂੰ ਅਸੈਸ ਕਰਨਾ ਹੈਗਾ ਕਿ ਉਸ ਦੇ ਵਿੱਚ ਕੀ ਚੇਂਜਸ ਆਏ ਨੇ। ਆਪਾਂ ਨੂੰ ਪਤਾ ਨਾ ਲਰਨਿੰਗ ਕੀ ਹੈ, ਚੇਂਜ ਇਨ ਬਿਹੇਵੀਅਰ। ਸੋ ਆਪਾਂ ਨੇ ਮਤਲਬ ਐਜ਼ ਅ ਟੀਚਰ, ਆਪਾਂ ਪੀਪਲ ਟੀਚਰ ਹਾਂ, ਸੋ ਆਪਾਂ ਨੇ ਕੀ ਅਸੈਸ ਕਰਨਾ ਕਿ ਬੱਚੇ ਦੇ ਵਿੱਚ ਰੋਜ਼ ਜੋ ਚੇਂਜਸ ਆ ਰਹੇ ਨੇ ਇਨ ਆਲ ਐਸਪੈਕਟਸ। ਨਾਓ ਕੰਪਰੀਹੈਂਸਿਵ ਦੇ ਵਿੱਚ ਕਿਹੜੇ ਦੋ ਏਰੀਆਜ਼ ਆ ਜਾਂਦੇ ਆ, ਸਕੋਲੈਸਟਿਕ ਏਰੀਆ ਐਂਡ ਕੋ ਸਕੋਲੈਸਟਿਕ ਏਰੀਆ। ਠੀਕ ਹੈ, ਅਤੇ ਸਕੋਲੈਸਟਿਕ ਜਿਵੇਂ ਆਪਾਂ ਪੜ੍ਹ ਚੁੱਕੇ ਹਾਂ, ਸਕੋਲੈਸਟਿਕ ਕੀ ਹੁੰਦਾ, ਰਿਲੇਟਡ ਟੂ ਸਟੱਡੀ।
एंड को ਸਕੋਲੈਸਟਿਕ मतलब बाकी सारिया को करिकुलर एक्टिविटीज़ जिन्हां नाल मतलब अपनी होर फिजिकल मैंटल इमोशनल सारे टाइप की डिवेलपमेंट होंदी है। सो ਸਕੋਲੈਸਟਿਕ ਏਰੀਆ ਆਪਾਂ ਦੋ टाइप नाल असैस करते हैं, फॉर्मेटिव असैसमेंट एंड ਸਮੇਟਿਵ असैसमेंट। फॉर्मेटिव असैसमेंट इनू आप FA भी कहने हैं, ये किस लिए है? इट इज़ डायग्नोसिस ऑफ चाइल्ड दैट वेयर इज़ वीकनेस ऑफ चाइल्ड एंड दैन रैमेडियल टीचिंग इज़ प्रोसीडिड। मतलब की है, ये डायग्नोस किया जाता है बच्चे का एक तरीके नाल, जिद्दां क्लास टैसट होंदे ना, फॉर्मेटिव असैसमेंट इज़ क्लास टैसट, बच्चे नूं कुछ दियां वीकनेस दसियां जांदियां ने, दैन टीचर रैमेडियल टीचिंग लर्निंग प्रोसैस अपनाता। मतलब की है कि जो वीकनेस ने जो आईयां नेगियां उत्थे की कमियां सीगियां, की कारण रहे ने इन्हां वीकनेस दे, भी उन्हां नूं असीं रिमूव कर सकीए वो वीकनेसिस नूं। ठीक है, तो उस तो बाद जो बच्चा उस वीकनेसिस तो उपर उठ जाता है तां ही मतलब अपना टीचिंग लर्निंग प्रोसैस है जो वो अपना मोटिव अटेन कर पाएगा। एंड जो अपनी सममेटिव असैसमेंट है, अगर आप सममेटिव की गल करिए, ठीक है, तो इस दे विच की हुंदा है, इसका जो मेन काम हैगा वो फोकस है इसका कॉन्सिक्वेंसिस ने जिहड़े प्रोग्राम के, मतलब ये जो फाइनल तो आपां नूं रिजल्ट मिलता होंदा है ना स्टूडेंट्स SA1 तो SA2 होंदा सीगा स्कूल दे विच, वो की है सममेटिव असैसमेंट है। ठीक है, तो इस दे विच मतलब बच्चे ने की लर्न किया एट द एंड आफ्टर मतलब FA। हमेशा जो SA है वो FA नूं फॉलो करता, पहला FA1 होंदा, फिर FA2 होंदा, फिर SA1 होंदा, उस तो बाद FA3, फिर FA4 तो फिर SA2। ठीक है, तो जिहड़े हर एक FA है, ठीक है, FA1 जिमें FA2 हर एक 10% कॉन्ट्रीब्यूट करता टू टोटल, तो जिहड़ा SA होंदा एक SA मतलब सममेटिव असैसमेंट है जो वो 30% कॉन्ट्रीब्यूट करता टू फाइनल। ओके, एंड जो मतलब अगर आप टोटल की गल करिए, FA कॉन्ट्रीब्यूट करता 40% ऑफ टोटल मार्क्स एंड SA कॉन्ट्रीब्यूट करता 60% ऑफ टोटल मार्क्स। ठीक है, ये सारा की सी स्कीम सी, लाइक भी किद्दां किद्दां बच्चे नूं असैस करना है, इसदियां एम्स की सीगियां, मतलब ये स्कीम क्यों लिआंदी गई। जिवें आपां पहले ही गल कीती है, मेन एम की सी CCE दा मेन एम सी टू असैस एवरी एस्पैक्ट ऑफ चाइल्ड ड्यूरिंग द प्रेजेंस एट स्कूल। मतलब जब बच्चा स्कूल च है उसकी ओवरऑल जी ऑल राउंड डिवेलपमेंट है उस पर अपने फोकस करना है। ठीक है, फॉर ऑल राउंड डिवेलपमेंट ऑफ चाइल्ड इन ऑल द 3 डोमेन्स, कॉग्निटिव मीन्स थिंकिंग, साइकोमोटर मतलब फिजिकल एक्टिविटीज़, एंड अफेक्टिव मतलब सोशल इमोशनल एंड मॉरल, इन ऑल राउंड डिवेलपमेंट। CCE हेल्प्स इन मिनिमाइजिंग द स्ट्रैस ऑन चाइल्ड। बच्चे तो स्ट्रैस की सी है पहला सारे एग्जाम फाइनल एग्जाम लाइक मतलब एंड तो फाइनल एग्जाम सारा सिलेबस उस तो पहला बच्चा इन्ना ध्यान नाल पढ़ता भी नहीं सीगा, बट ना वो जो फॉर्मेटिव असैसमेंट होंदी है उस नाल की हुंदा हमेशा कंटिन्यूली कर रहे हैं ना आप असैसमेंट, तो बच्चे नूं पता है कि मैं हुण भी पढ़ना, एवें नहीं कि मैं जस्ट फाइनल एग्जाम तो पहला पढ़ना, मतलब वो पूरे सैशन दौरान पढ़ता। मतलब इस तरीके नाल बच्चे दे लई जो एग्जाम का फियर है, जो स्ट्रैस हैगा वो खत्म हो जाता, क्योंकि उसकी परफॉर्मेंस पूरे ईयर की देखी जानी है, नॉट अ पर्टिकुलर एग्जाम्स। यस, एग्जाम की देखी जानी है बट नॉट मतलब सिर्फ उसकी ही नहीं देखी जानी, बाकी ओवरऑल भी देखी जानी है। मेक असैसमेंट कॉम्प्रीहेंसिव एंड रैगूलर। देखो CCE का एन एम तो यही सी ना, कॉम्प्रीहेंसिव मतलब स्कॉलैस्टिक एंड को स्कॉलैस्टिक, तो रैगूलर मतलब कंटिन्यू डेली बेसिस पे। सो ऑब्जेक्टिव, मेन ऑब्जेक्टिव ऑफ CCE टू मेक द टीचिंग एंड लर्निंग प्रोसैस अकॉर्डिंग टू लर्नर। मतलब जो अपनी एजुकेशन हो जे वो लर्नर सेंटर्ड एक्टिविटीज़ ते बेस्ड हो जे, मतलब लर्नर जिद्दां दा है उवें दी ही टीचिंग ते उवें दा ही अपना टीचिंग लर्निंग प्रोसैस। मेक असैसमेंट प्रोसैस इंपॉर्टेंट पार्ट ऑफ डेली टीचिंग एंड लर्निंग। पहला की हुंदा सी मतलब टैसट तां हुंदे सी, बच्चे सीरीयस नहीं सी लैंदे, मतलब की है इन्हां दा किहड़ा फाइनल एग्जाम चढ़ना, क्योंकि फाइनल एग्जाम ही आपां मेन लैके चलते सी। बट जो CCE आया मतलब अपने टाइम आ गया सी जो आपां 7th 8th दे विच सी आई थिंक उस टाइम। ठीक है, तो उस टाइम आया तो आपां नूं मतलब एक नवां चीज़ मिली कि हुण असी पूरा साल ही इवैल्यूएट हो रहे हैं, साढ़े सिर्फ फाइनल एग्जाम च आके नहीं पढ़न का कोई फायदा, क्योंकि पूरे ईयर जो असी कीता गा वो भी इवैल्यूएट होएगा।
ਕੱਲਾ ਸਟੱਡੀ ਹੀ ਨਹੀਂ, ਸਾਡੀਆਂ ਅਦਰ ਕੋ ਕਰਿਕੂਲਰ ਐਕਟੀਵਿਟੀਜ਼ ਵੀ। To make the fair judgment that we are not considering only scholastic achievements but post-scholastic achievements also। ਅਸੀਂ ਇਕੱਲੀਆਂ ਜੋ ਸਕੂਲ ਦੀਆਂ ਸਟੱਡੀ ਰਿਲੇਟਡ ਐਕਟੀਵਿਟੀਜ਼ ਨੇ ਉਹਨਾਂ ਨਾਲ ਹੀ ਨਹੀਂ ਇਵੈਲੂਏਟ ਹੋ ਰਹੇ, ਬਲਕਿ ਸਾਡੇ ਜੋ ਪੋਸਟ ਸਕੋਲੈਸਟਿਕ ਐਕਟੀਵਿਟੀਜ਼ ਨੇ ਉਹਨਾਂ 'ਚ ਜੋ ਸਾਡੀਆਂ ਅਚੀਵਮੈਂਟਸ ਨੇ ਉਹ ਵੀ ਸਾਨੂੰ ਇਵੈਲੂਏਟ ਕਰ ਰਹੀਆਂ ਨੇ। ਕੀ ਪਤਾ ਕਿ ਕੋਈ ਸਟੂਡੈਂਟ ਹੈ ਜੋ ਉਹ ਸਟੱਡੀ ਦੇ ਵਿੱਚ ਠੀਕ ਹੋਵੇ, ਐਵਰੇਜ ਹੋਵੇ, ਬਟ ਉਸ ਦੇ ਵਿੱਚ ਕੋਈ ਮਤਲਬ ਹੋਰ ਗੁਣ ਹੋਵੇ, ਐਬਿਲਿਟੀ ਹੋਵੇ ਜੋ ਬਾਕੀਆਂ ਕੋਲੇ ਨਹੀਂ, ਮਤਲਬ ਉਸਦੀ ਕੋਈ ਸਪੈਸ਼ਲ ਐਬਿਲਿਟੀ। ਠੀਕ ਹੈ, ਇਸ ਤਰੀਕੇ ਨਾਲ ਮਤਲਬ ਆਪਾਂ ਨੇ ਉਸ ਨੂੰ ਵੀ ਕੰਸੀਡਰ ਕਰਨਾ, ਮਤਲਬ ਸਿਰਫ ਜੋ ਸਟੱਡੀ ਜੋ ਸਿਲੇਬਸ ਹੈ ਉਹਦੇ ਤੱਕ ਆਪਾਂ ਨੇ ਲਿਮਿਟਡ ਨਹੀਂ ਰਹਿਣਾ। ਫੀਚਰਸ ਕੀ ਸੀਗੀਆਂ? ਮੇਨ ਫੀਚਰਸ, ਸਭ ਤੋਂ ਪਹਿਲਾਂ ਦ ਕੰਟੀਨਿਊਸ ਐਸਪੈਕਟ ਆਫ CCE ਟੇਕਸ ਕੇਅਰ ਆਫ ਕੰਟੀਨਿਊਅਲ ਐਂਡ ਪੀਰੀਓਡਿਸਿਟੀ ਫੀਚਰ ਆਫ ਅਸੈਸਮੈਂਟ। ਦੇਖੋ ਕੀ ਹੈਗਾ, ਮਤਲਬ ਐਵੇਂ ਥੋੜ੍ਹੀ ਹੈਗਾ ਕਿ ਹੁਣ ਡੇਲੀ ਬੇਸਿਸ 'ਤੇ ਨਹੀਂ ਹੋਊਗੀ ਅਸੈਸਮੈਂਟ, ਹੁਣ ਡੇਲੀ ਬੇਸਿਸ 'ਤੇ ਹੋਊਗੀ। ਇਹੀ ਤਾਂ ਇਸਦੀ ਖਾਸੀਅਤ ਸੀ CCE ਦੀ, ਕੰਟੀਨਿਊਸ ਸੀ, ਪੀਰੀਓਡਿਕ ਸੀ। ਬਿਫੋਰ CCE there were not periodic evaluation, and evaluation made was yearly, and students don't pay much attention during the whole period of time and stressed at the time of exams. By continuous evaluation the process have changed. CCE don't focus on cognitive domain only, but it focus on psychomotor as well as affective at the same time. So comprehensive element है जो वो यही कह रहा कि CCE take cares of assessment of all round development of child's personality. It includes both scholastic as well as co-scholastic aspects of pupil growth. Functions. It systematizes the effectiveness of teaching strategies and diagnosed by FA, then remedial teaching plays major role. Like ਆਪਾਂ ਨੂੰ ਸਿਸਟੇਮੇਟਾਈਜ਼ ਕਰ ਦਿੱਤਾ, ਮਤਲਬ ਰੋਜ਼ ਇਵੈਲੂਏਸ਼ਨ ਹੋਏਗੀ, ਠੀਕ ਹੈ, ਡੇਲੀ ਬੇਸਿਸ 'ਤੇ, ਕੁਝ ਪੀਰੀਅਡ ਬਾਅਦ, ਫਿਰ ਹਾਫ ਈਅਰਲੀ, ਫਿਰ ਈਅਰਲੀ। ਇਸ ਨਾਲ ਕੀ ਹੋ ਰਿਹਾ, ਇੱਕ ਸਿਸਟੇਮੇਟਾਈਜ਼ ਹੋ ਗਿਆ, ਆਪਣੀ ਟੀਚਿੰਗ ਲਰਨਿੰਗ ਪ੍ਰੋਸੈਸ ਇਫੈਕਟਿਵ ਬਣ ਗਿਆ। ਹੁਣ ਅਗਰ ਆਪਾਂ ਨੂੰ ਪਤਾ ਲੱਗਦਾ ਕਿ ਸਟੂਡੈਂਟਸ ਇਹ ਪ੍ਰੋਬਲਮ ਫੇਸ ਕਰ ਰਿਹਾ, ਦੈਨ we can arrange a new teaching method, we can change our teaching strategies, it make our teaching learning process more effective. By FAs, students become aware about their weakness, and teachers also try to find remedial teaching if all the students have faced the same problem. So continuous evaluation ने डिटेक्ट करता, स्टूडेंट भी डिटेक्ट कर सकता कि मेरी वीकनेस की है, तो टीचर भी डिटेक्ट करता। इट्स नॉट ओनली फॉर स्टूडेंट्स कि आप सिर्फ स्टूडेंट ਨੂੰ ਇਵੈਲੂਏਟ ਕਰਨੇ ਆ, ਐਟ ਦ ਸੇਮ ਟਾਈਮ ਵੀ ਆਰ ਇਵੈਲੂਏਟਿੰਗ ਆਰ ਸੈਲਫ, ਮਤਲਬ ਟੀਚਰ ਵੀ ਇਵੈਲੂਏਟ ਕਰ ਰਹੇ ਆਪਣੇ ਆਪ ਨੂੰ ਸੇਮ ਦਾ ਟਾਈਮ। ਮਤਲਬ ਕਿਉਂ? ਕਿਉਂਕਿ ਇਸ ਦੇ ਵਿੱਚ ਕੀ ਹੋਏਗਾ, ਹੋ ਸਕਦਾ ਅਗਰ ਸਾਰੀ ਕਲਾਸ ਨੂੰ ਨਹੀਂ ਸਮਝ ਆਇਆ ਸੇਮ ਟੌਪਿਕ, ਤਾਂ ਟੀਚਰ ਕੀ ਕਰ ਸਕਦਾ, ਕੋਈ ਨਵੇਂ ਮੈਥਡ ਨਾਲ ਉਹਨਾਂ ਨੂੰ ਪੜ੍ਹਾ ਸਕਦਾ। ਉਹਨੂੰ ਪਤਾ ਲੱਗ ਸਕਦਾ ਕਿ ਮੇਰਾ ਜੋ ਪਹਿਲਾਂ ਵਾਲਾ ਟੀਚਿੰਗ ਮੈਥਡ ਸੀਗਾ ਉਹ ਇੰਨਾ ਇਫੈਕਟਿਵ ਨਹੀਂ ਸੀਗਾ, ਸੋ ਉਸਨੂੰ ਆਪਣੀ ਜੋ ਕਮੀ ਹੈ ਉਹ ਪਤਾ ਚੱਲ ਜਾਏਗੀ, ਅਤੇ ਜਿਸ ਨਾਲ ਉਹ ਇੰਪਰੂਵਮੈਂਟ ਕਰ ਸਕੇਗਾ। ਇਸ ਨਾਲ ਟੀਚਰ ਦੀ ਪਰਸਨੈਲਿਟੀ ਵੀ ਇੰਪਰੂਵ ਹੁੰਦੀ ਹੈ। ਸਟੂਡੈਂਟ ਕੈਨ ਈਜ਼ੀਲੀ ਅਸੈਸ ਦੈਮਸੈਲਵਸ। ਸਟੂਡੈਂਟਸ ਨੂੰ ਸਿਰਫ ਟੀਚਰਸ ਨੇ ਅਸੈਸ ਨਹੀਂ ਕਰਨਾ, ਆਪਾਂ ਉਦੋਂ ਤੱਕ ਆਪਣੇ ਆਪ ਨੂੰ ਮਤਲਬ ਆਪਣੀਆਂ ਕਮੀਆਂ ਨਹੀਂ ਕੱਢ ਸਕਦੇ ਜਦੋਂ ਤੱਕ ਅਸੀਂ ਖੁਦ ਆਪਣੇ ਆਪ ਨੂੰ ਅਸੈਸ ਨਹੀਂ ਕਰਦੇ, ਠੀਕ ਹੈ। ਐਟ ਦ ਸੇਮ ਟਾਈਮ ਸਟੂਡੈਂਟਸ ਵੀ ਆਪਣੇ ਆਪ ਨੂੰ ਅਸੈਸ ਕਰ ਪਾਉਣਗੇ, ਉਹਨਾਂ ਦੀ ਸਟਰੈਂਥ ਕਿੱਥੇ ਆ, ਉਹਨਾਂ ਦੀ ਵੀਕਨੈਸ ਕਿੱਥੇ ਆ, ਉਹਦੇ ਅਕੋਰਡਿੰਗ ਉਹ ਕੀ ਕਰ ਪਾਉਣਗੇ, ਆਪਣੇ ਆਪ ਮਤਲਬ ਡਿਵੈਲਪ ਕਰ ਸਕਣਗੇ, ਆਪਣੀ ਪਰਸਨੈਲਿਟੀ ਨੂੰ, ਆਪਣੀਆਂ ਕਮੀਆਂ ਨੂੰ ਦੂਰ ਕਰ ਸਕਣਗੇ, ਆਪਣੀ ਜੋ ਸਟਰੈਂਥ ਹੈ ਉਸਨੂੰ ਹੋਰ ਮਜ਼ਬੂਤ ਕਰ ਸਕਣਗੇ। ਸੋ ਇਹ ਫੰਕਸ਼ਨ ਹੈ CCE ਦਾ। CCE helps in identify the change in attitude and values, ਕਿਉਂਕਿ ਰੋਜ਼ ਹੋ ਰਹੀ ਹੈ ਤਾਂ ਪਤਾ ਚੱਲੇਗਾ ਕਿ ਸਟੂਡੈਂਟ ਜਦੋਂ ਸਟਾਰਟਿੰਗ ਆਇਆ ਸੀ, ਮਤਲਬ ਜੋ ਐਂਟਰੀ ਬਿਹੇਵੀਅਰ ਸੀ ਐਂਡ ਜੋ ਐਗਜ਼ਿਟ ਬਿਹੇਵੀਅਰ ਹੈ ਸਟੂਡੈਂਟ ਦਾ, ਕੀ ਚੇਂਜਸ ਆਏ ਉਸਦੇ ਐਟੀਟਿਊਡਸ, ਉਸਦੇ ਵੈਲਿਊਜ਼, ਕਿਉਂਕਿ ਲਰਨਿੰਗ ਹੈ ਜੋ ਉਹ ਕੀ ਹੈ, ਚੇਂਜ ਇਨ ਬਿਹੇਵੀਅਰ ਹੀ ਹੈ ਨਾ।
ਕੁਛ ਨਵਾਂ ਸਿੱਖਿਆ, ਕੁਛ ਡਿਵੈਲਪ ਕੀਤਾ, ਠੀਕ ਹੈ, ਉਹੀ ਹੈ CCE ਹੈਲਪ ਕਰਦੀ ਹੈ ਆਪਾਂ ਨੂੰ ਆਈਡੈਂਟੀਫਾਈ ਕਰਨ 'ਚ ਇਸ 'ਚ। ਕਿਉਂ? ਕਿਉਂਕਿ CCE ਡੇਲੀ ਬੇਸਿਸ 'ਤੇ ਹੋ ਰਹੀ ਹੈ, ਸੋ ਡੇਲੀ ਬੇਸਿਸ 'ਤੇ ਜੋ ਜੋ ਚੇਂਜਸ ਆ ਰਹੇ ਨੇ ਅਸੀਂ ਉਸਨੂੰ ਬੜੇ ਈਜ਼ੀਲੀ ਆਈਡੈਂਟੀਫਾਈ ਕਰ ਸਕਾਂਗੇ, ਇਵੈਲੂਏਟ ਕਰ ਸਕਾਂਗੇ। ਨੈਕਸਟ ਇਜ਼ CCE provides information on the progress of student not only in scholastic activities but in co-scholastic areas also। ਸੋ ਹੁਣ ਐਵੇਂ ਨਹੀਂ ਹੈ ਨਾ ਕਿ ਬੱਚਾ ਜੋ ਸਿਰਫ ਪੜ੍ਹਾਈ 'ਚ ਇੰਟੈਲੀਜੈਂਟ ਹੈ ਉਹੀ ਇੰਟੈਲੀਜੈਂਟ ਹੈ, ਨਹੀਂ। ਹੁਣ ਕੀ ਆ, ਸਾਰੀਆਂ ਐਕਟੀਵਿਟੀਜ਼ ਹੋ ਸਕਦੇ ਆ ਦੂਸਰੇ ਬੱਚੇ ਜੋ ਐਵਰੇਜ ਨੇ ਉਹ ਕਿਸੇ ਹੋਰ ਕੋ ਕਰਿਕੂਲਰ ਐਕਟੀਵਿਟੀਜ਼ ਹੈ ਜੋ ਉਸ ਦੇ ਵਿੱਚ ਬਹੁਤ ਬੈਟਰ ਹੋਣ। ਸੋ ਠੀਕ ਹੈ, ਇਸ ਤਰੀਕੇ ਨਾਲ ਆਪਾਂ ਇਵੈਲੂਏਟ ਕਰ ਸਕਾਂਗੇ। ਇਹੀ ਫੰਕਸ਼ਨ ਹੈ CCE ਦਾ ਕਿ ਆਪਾਂ ਨੇ ਇਵੈਲੂਏਸ਼ਨ ਤਾਂ ਕਰਨੀ ਹੈ ਪਰ ਇਕੱਲੇ ਸਕੋਲੈਸਟਿਕ ਦੀ ਨਹੀਂ, ਕੋ ਸਕੋਲੈਸਟਿਕ ਦੀ ਵੀ। ਇਸ ਤਰੀਕੇ ਨਾਲ ਆਪਾਂ ਓਵਰਆਲ ਡਿਵੈਲਪਮੈਂਟ ਬੱਚੇ ਦੀ ਦੇਖ ਸਕਾਂਗੇ, ਕਿੱਥੇ ਵੀਕਨੈਸ ਨੇ ਉਹ ਦੇਖ ਸਕਾਂਗੇ। ਮਤਲਬ CCE ਹੈ ਜੋ ਇੱਕ ਅਜਿਹਾ ਮੈਥਡ ਹੈ ਜੋ ਓਵਰਆਲ ਡਿਵੈਲਪਮੈਂਟ ਬਾਰੇ ਸੋਚਦਾ, ਠੀਕ ਹੈ। ਐਂਡ ਅਸੀਂ ਕੰਕਲੂਡ ਕਰ ਸਕਦੇ ਹਾਂ CC ਪ੍ਰੋਵਾਈਡਸ ਡਿਵੈਲਪਮੈਂਟਲ ਫੀਡਬੈਕ ਟੂ ਲਰਨਰ ਐਂਡ ਹੈਲਪ ਟੂ ਆਈਡੈਂਟੀਫਾਈ ਦ ਬੈਸਟ ਫੀਚਰ ਫॉर ਸਟੂਡੈਂਟ। ਕਿੱਦਾਂ? ਹੁਣ ਬੱਚੇ ਨੂੰ ਆਪਣੀਆਂ ਵੀਕਨੈਸ ਵੀ ਪਤਾ ਨੇ ਅਤੇ ਆਪਣੀਆਂ ਜੋ ਉਸਦੀਆਂ ਸਟਰੈਂਥਸ ਨੇ ਉਹ ਵੀ ਪਤਾ ਨੇ, ਟੀਚਰ ਨੂੰ ਪਤਾ ਨੇ, ਟੀਚਰ ਵੀ ਗਾਈਡ ਕਰੇਗਾ ਕਿਉਂਕਿ ਟਾਈਮ ਟੂ ਟਾਈਮ ਫੀਡਬੈਕ ਲਿੱਤਾ ਗਿਆ ਨਾ ਬੱਚੇ ਤੋਂ। ਇਸ ਤਰੀਕੇ ਨਾਲ ਮਤਲਬ CCE ਹੈ ਜੋ ਕਾफ़ी ਇੰਪੋਰਟੈਂਟ ਰੋਲ ਪਲੇ ਕਰਦਾ ਹੈਗਾ ਫॉर ਡਿਵੈਲਪਮੈਂਟ ਆਫ ਪਰਸਨੈਲਿਟੀ of student as well as teacher। And thanks for listening.